हाँ वाहिगुरू जी का खालसा वाहिगुरू जी की फतेह। अज श्रोमणी अकाली दल बादल ने एक प्रैस कॉन्फ्रेंस की है कि जिहड़ा किसान अंदोलन चल रहा है ਉਹਦੇ ਤੇ इल्जाम बड़े लाए आ उन्होंने। ਤੁਹਾਨੂੰ ਦਿਖਾ ਦਿੰਦੇ ਆ कि ਅੱਜ ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਸੀਗੀ। ਆਹੋ ਵਾਹਿਗੁਰੂ ਜੀ ਆਵਾਜ਼ ਇੰਨੀ ਕੀ ਹੈ सारा कुछ वापरिया अपनी ਆਵਾਜ਼ ਨਹੀਂ ਆ ਰਹੀ। ਚਲੋ ਜੋ ਗੱਲ ਚਲੋ ਇਹ ਤੁਸੀਂ ਦੇਖ ਲਿਓ, ਸਾਰੇ ਸੁਣ ਲਿਓ ਚੈਨਲਾਂ ਦੇ ਉੱਤੇ ਨਾ ਸਾਰਿਆਂ ਦੇ ਜੀ ਤੇ ਪ੍ਰੇਮ ਸਿੰਘ ਅਬਦੁਲ ਮਾਜਰਾ ਚੀਮਾ ਆਪਣਾ ਹੋਰ ਇਹਨਾਂ ਦੇ ਕਈ ਜਿਹੜੇ ਆਗੂ ਨੇ ਉਹ ਬੈਠੇ ਨੇ। ਤਾਂ ਉਹਨਾਂ ਨੇ ਬੜੇ ਗੰਭੀਰ ਇਲਜ਼ਾਮ ਜਿਹੜੇ ਕਿਸਾਨ ਮੋਰਚੇ ਤੇ ਲਾਏ ਆ, ਸੰਘਰਸ਼ 'ਚ ਬੈਠੇ ਜਿਹੜੇ ਦਿੱਲੀ ਸਿੰਘੂ ਤੇ ਬੈਠੇ ਆ, ਟਿਕਰੀ ਤੇ ਬੈਠੇ ਆ, ਉਹਨਾਂ ਨੌਜਵਾਨਾਂ ਦੇ ਲਾਏ ਆ। ਜਿਸ ਦਿਨ 17 ਤਰੀਕ ਨੂੰ ਇਸ ਡਰਾਮਾ ਪਾਰਟੀ ਨੇ ਰੱਖਿਆ ਸੀਗਾ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਲੋਕ ਸਭਾ ਵੱਲ ਜਾਣ ਦਾ, ਤਾਂ 16 ਤਰੀਕ ਨੂੰ ਇਹਨਾਂ ਦੇ ਜਿਹੜੇ ਸੀਗੇ ਬੰਦੇ ਉਹ ਉੱਥੇ ਦਿੱਲੀ ਗਏ ਆ ਰਾਤ ਨੂੰ। 16 ਤਰੀਕ ਰਾਤ ਨੂੰ ਇਹਨਾਂ ਦੀਆਂ ਗੱਡੀਆਂ ਜਾਂਦੀਆਂ ਨੇ। ਪਹਿਲਾਂ ਇਹਨਾਂ ਨੇ ਇਲਜ਼ਾਮ ਸੁਣ ਲਓ, ਇਲਜ਼ਾਮ ਕੀ ਹੈ। ਇਲਜ਼ਾਮ ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਲਾਇਆ ਵੀ ਸਾਡਾ 20,000 ਰੁਪਇਆ ਖੋਹ ਲਿਆ ਗਿਆ, ਇੱਕ ਦੇ ਕੋਲੋਂ 4500 ਰੁਪਇਆ ਖੋਹ ਲਿਆ ਗਿਆ, ਇੱਕ ਸਾਡੀਆਂ ਜਿਹੜੀਆਂ ਬੀਬੀਆਂ ਸੀਗੀਆਂ ਨਾਲ ਗਈਆਂ ਔਰਤਾਂ ਸੀਗੀਆਂ ਉਹਨਾਂ ਦਾ ਬਸ ਲੁੱਟੀ ਕੀਤੀ ਗਈ, ਕਕਾਰਾਂ ਦੀ ਬੇਅਦਬੀ ਕੀਤੀ ਗਈ, ਗੱਡੀਆਂ ਦੇ ਸ਼ੀਸ਼ੇ ਭੰਨੇ ਗਏ, ਪੱਗਾਂ ਲਾਈਆਂ ਗਈਆਂ ਤੇ ਮਤਲਬ ਕਿ ਹੋਰ ਸਾਡੇ ਨਾਲ ਬਹੁਤ ਜਿਹੜੀਆਂ ਹਰਕਤਾਂ ਉਹ ਕੀਤੀਆਂ। ਇਹਨਾਂ ਨੇ ਇਹ ਸਾਰੇ ਇਲਜ਼ਾਮ ਉੱਥੇ ਲਾਏ। ਤੁਹਾਨੂੰ ਦੱਸ ਦਿੰਦੇ ਆ ਕਿ 16 ਤਰੀਕ ਨੂੰ ਜਦੋਂ ਇਹਨਾਂ ਦੇ ਬੰਦੇ ਉੱਥੇ ਗਏ ਨੇ, ਇਹਨਾਂ ਦੀਆਂ ਗੱਡੀਆਂ ਦੇ ਉੱਤੇ ਝੰਡੇ ਇਹਨਾਂ ਦੀ ਪਾਰਟੀ ਦੇ ਲੱਗੇ ਸੀ, ਤਾਂ ਉੱਥੇ ਕਿਸਾਨਾਂ ਨੇ ਵਿਰੋਧ ਵੀ ਕੀਤਾ। ਸੁਖਬੀਰ ਬਾਦਲ ਦਾ ਵੀ ਵਿਰੋਧ ਹੋਇਆ, ਤੁਸੀਂ ਦੇਖਿਆ ਹੋਣਾ ਰਸਤੇ 'ਚ ਹਰਿਆਣੇ ਦੇ ਵਿੱਚ ਸਿੰਘੂ ਤੇ ਟਿੱਕਰੀ ਦੇ ਉੱਤੇ ਇਹਨਾਂ ਦੇ ਬੰਦਿਆਂ ਦਾ ਵੀ ਵਿਰੋਧ ਹੋਇਆ। ਸੋ ਵਿਰੋਧ ਹੋਣ ਦਾ ਕਾਰਨ ਕੀ ਸੀ? ਜਦੋਂ ਉੱਥੇ ਬੈਠੇ ਕਿਸਾਨਾਂ ਨੇ, ਮਜ਼ਦੂਰਾਂ ਨੇ ਦੇਖਿਆ ਕਿ ਇਹਨਾਂ ਦੇ ਕਿਸਾਨੀ ਵਾਲਾ ਕੋਈ ਝੰਡਾ ਨਹੀਂ ਹੈਗਾ, ਕੋਈ ਮਜ਼ਦੂਰਾਂ ਵਾਲਾ ਝੰਡਾ ਨਹੀਂ ਹੈਗਾ, ਝੰਡੇ ਆ ਪਾਰਟੀ ਦੇ, ਇਹ ਉੱਥੇ ਪਹੁੰਚ ਗਏ। ਪਹਿਲੀ ਤਾਂ ਗੱਲ ਮੈਂ ਕਹਿਣੀ ਚਾਹੁੰਦਾ ਕਿ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਜਾਣਾ ਦੀ ਹੋਰ ਬੜੇ ਰਾਹ ਪੈਂਦੇ ਆ, ਉਧਰ ਦੀ ਵੀ ਜਾਇਆ ਜਾ ਸਕਦਾ ਸੀ। ਫਿਰ ਇਹ ਰਾਤ ਨੂੰ ਉੱਥੇ ਸ਼ਰਾਬ ਪੀ ਕੇ ਲੰਗਰ 'ਚ ਗਏ ਆ। ਤੁਸੀਂ ਸਾਰਿਆਂ ਨੇ ਵੀਡੀਓ ਦੇਖੀਆਂ ਕਿ ਇਹਨਾਂ ਦੇ ਗੱਡੀਆਂ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਨੇ। ਸਾਡਾ ਗੱਲਬਾਤ ਕਰਨ ਦਾ ਮਕਸਦ ਇੰਨਾ ਹੀ ਹੈ ਕਿ ਇਹਨਾਂ ਨੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ। ਜਾਣ ਬੁੱਝ ਕੇ ਇਲਜ਼ਾਮ ਨੇ ਜਿਹੜੇ ਉਹ ਲਾਏ ਗਏ ਆ। ਉੱਥੇ ਬੈਠੇ ਜਿਹੜੇ 8 ਮਹੀਨੇ ਹੋ ਗਏ ਜਿਨ੍ਹਾਂ ਨੂੰ ਬੈਠਿਆਂ ਨੂੰ ਘਰ ਦਾ ਮੂੰਹ ਨਹੀਂ ਦੇਖਿਆ, ਉਹਨਾਂ ਨੌਜਵਾਨਾਂ ਨੇ ਰਾਤ ਨੂੰ ਵੀ ਪਹਿਰਾ ਦਿੰਦੇ ਨੇ। ਜਦੋਂ ਪੂਰਾ ਨਵੰਬਰ ਦਸੰਬਰ ਦੀ ਆਪਾਂ ਗੱਲ ਕਰਗੇ, ਉਹਨਾਂ ਦਿਨਾਂ ਦੇ ਵਿੱਚ ਇੰਨਾ ਰਸ਼ ਹੁੰਦਾ ਸੀਗਾ। ਜਿਹੜੇ ਅੰਦੋਲਨ ਨੂੰ ਇਹ ਕਹਿੰਦੇ ਆ ਨਾ ਕਿ ਇੱਥੇ ਪੈਸੇ ਖੋਲੇ, ਉੱਥੇ ਐਂ ਕਰ ਲਿਆ, ਮੈਂ ਕਹਿੰਦਾ ਦੁਨੀਆ ਦਾ ਇੱਕ ਵਾਹਦ ਅੰਦੋਲਨ ਆ। ਅਸੀਂ ਦੇਖਦੇ ਰਹੇ ਹਾਂ ਨਵੰਬਰ ਦਸੰਬਰ ਦੇ ਵਿੱਚ ਜਦੋਂ ਪੂਰਾ ਰਸ਼ ਹੁੰਦਾ ਸੀ ਕਿ ਕਿਵੇਂ ਸਾਡੇ ਨੌਜਵਾਨ ਮੁੰਡੇ ਉੱਥੇ ਬੀਬੀਆਂ ਨੂੰ, ਭੈਣਾਂ ਨੂੰ, ਜਿਹੜੀਆਂ ਮਾਈਆਂ ਉੱਥੋਂ ਦੀ ਰਹਿਣ ਵਾਲੀਆਂ ਸੀਗੀਆਂ, ਉੱਥੋਂ ਦੀਆਂ ਲੋਕਲ ਸੀ, ਉਹਨਾਂ ਨੂੰ ਕਿਵੇਂ ਭੈਣ ਮਾਂ ਕਹਿ ਕੇ ਨਿਗਾਹ ਕੇ ਆਉਂਦੇ ਰਹੇ ਉਸ ਭੀੜ ਦੇ ਵਿੱਚ ਦੀ ਰਾਤ ਦੇ ਵਿੱਚ। ਤੇ ਕਿਵੇਂ ਉਸ ਅੰਦੋਲਨ ਨੇ ਉੱਥੇ ਜਿੱਥੋਂ ਦਾ ਵੀ ਮਰਜ਼ੀ ਚੱਲਿਆ ਹੋਇਆ ਬੰਦਾ ਆ ਗਿਆ, ਉੱਥੋਂ ਕੋਈ ਭੁੱਖਾ ਨਹੀਂ ਮੁੜਿਆ, ਨਾ ਅੱਜ ਮੁੜਦਾ ਨਾ ਪਹਿਲਾਂ ਮੁੜਿਆ ਸੀ। ਜਿਹੜੇ ਇਹ ਅੱਜ ਇਲਜ਼ਾਮ ਲਾ ਰਹੇ ਆ ਨਾ ਕਿ ਅਸੀਂ ਜੀ ਉੱਥੇ ਇੰਨੀਆਂ ਪਿੰਨੀਆਂ ਦੇ ਦਿੱਤੀਆਂ ਜੀ, ਉੱਥੇ ਅਸੀਂ ਇੰਨਾ ਰਾਸ਼ਨ ਪਹੁੰਚਾਇਆ ਜੀ, ਇੰਨੇ ਲੱਖ ਦਾ ਤੇਲ ਫੂਕਤਾ ਜੀ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਯਾਰ ਤੁਸੀਂ ਉੱਥੇ ਰਾਸ਼ਨ ਜਿਹੜਾ
ਲੈ ਕੇ ਗਏ ਹੋ ਜਾਂ ਤੁਸੀਂ ਕੋਈ ਤੇਲ ਫੂਕਿਆ ਜਾਂ ਕੋਈ ਵੀ ਸਮਾਨ ਪਹੁੰਚਾਇਆ, ਉਹ ਲੜਾਈ ਕਿਹੜਾ ਕੱਲਿਆਂ ਉੱਥੇ ਬੈਠੇ ਬੰਦਿਆਂ ਦੀ ਹੈ, ਕੱਲੇ ਕਿਸਾਨ ਜਥੇਬੰਦੀਆਂ ਦੀ ਹੈ, ਜਾਂ ਜਿਹੜੇ ਉੱਥੇ ਲਗਾਤਾਰ ਬੈਠੇ ਹੋਏ ਨੇ ਉਹਨਾਂ ਕਿਸਾਨਾਂ ਮਜ਼ਦੂਰਾਂ ਦੀ ਹੈ, ਜਾਂ ਜਿਹੜੇ ਲੜ ਰਹੇ ਆ ਉਹਨਾਂ ਦੀ ਹੈ। ਲੜਾਈ ਤਾਂ ਹਰ ਪੰਜਾਬੀ ਦੀ ਹੈ, ਚਾਹੇ ਉਹ ਖੇਤੀ ਕਰਦਾ ਹੈ, ਚਾਹੇ ਉਹ ਮਜ਼ਦੂਰੀ ਕਰਦਾ ਹੈ, ਚਾਹੇ ਉਹ ਦੁਕਾਨਦਾਰੀ ਕਰਦਾ, ਚਾਹੇ ਕੋਈ ਮੁਲਾਜ਼ਮ ਹੈ। ਲੜਾਈ ਤਾਂ ਹਰ ਬੰਦੇ ਦੀ ਹੈ। ਸੋ ਇਹਨਾਂ ਨੇ ਦੇਖੋ, ਜਦੋਂ ਤੁਸੀਂ ਡਰਾਮੇ ਕਰੋਗੇ ਨਾ ਤਾਂ ਤੁਹਾਡੇ ਡਰਾਮਿਆਂ ਦਾ ਲੋਕ ਸੋਥੋਂ ਹਿਸਾਬ ਕਿਤਾਬ ਵੀ ਮੰਗਣਗੇ ਤੇ ਲੋਕਾਂ ਨੇ ਉਹਨਾਂ ਗੱਲਾਂ ਦਾ ਜਵਾਬ ਵੀ ਤੁਹਾਡੇ ਕੋਲੋਂ ਲੈਣਾ। ਇੱਕ ਸਵਾਲ ਆ ਬਾਈ, ਆਪਾਂ ਚੱਲ ਸਾਰੀਆਂ ਗੱਲਾਂ ਮੰਨ ਲੈਂਦੇ ਆ ਵੀ ਇਹ ਉਦੋਂ ਪ੍ਰਦਰਸ਼ਨ ਕਰਕੇ ਆਏ, ਅੰਦੋਲਨ ਕਰਕੇ ਆਏ, ਇੱਕ ਦਿਨ ਜਾ ਕੇ ਉਦੋਂ ਹੀ ਵਾਪਸ ਮੁੜੇ ਆਏ, ਇਹ ਫਿਰ ਉੱਥੇ ਬੈਠੇ ਕਿਉਂ ਨਹੀਂ? ਵੀ ਕਾਨੂੰਨ ਰੱਦ ਹੋ ਗਏ। ਹਾਂ, ਵੀ ਕਾਨੂੰਨ ਇਹ ਰੱਦ ਕਰਵਾਇਆ ਹੈ, ਕਰਾਏ ਫਿਰ ਇੱਕ ਦਿਨ ਚ। ਇੱਕ ਗੱਲ ਜਿਹੜੀ ਇਹਨਾਂ ਨੇ ਇਲਜ਼ਾਮ ਹੋਰ ਸਭ ਤੋਂ ਵੱਡਾ ਲਾਇਆ ਨੌਜਵਾਨਾਂ ਤੇ, ਅਸੀਂ ਕਹਿਣਿਆ ਵੀ ਉਹ ਨੌਜਵਾਨ ਮਾਫੀ ਮੰਗ ਲੈਣਗੇ, ਪਰ ਆ ਵੀਡੀਓ ਦਿਖਾਈ ਬਾਈ ਚਲਾਈ ਜਿਹੜੀ ਤੁਸੀਂ ਵੀਡੀਓ ਪਾਈਆਂ ਸੀਗੀਆਂ, ਖਾਸ ਕਰਕੇ ਬਾਦਲ ਪਰਿਵਾਰ ਨੇ ਜਿਹੜੀਆਂ ਵੀਡੀਓ ਪਾਈਆਂ ਸੀਗੀਆਂ, ਪਹਿਲਾਂ ਸੁਖਬੀਰ ਬਾਦਲ ਨੇ ਪਾਈ, ਫਿਰ ਹਰਸਿਮਰਤ ਕੌਰ ਬਾਦਲ ਨੇ ਪਾਈ। ਆ ਸੁਣ ਲਓ ਸਮਾਰ ਕੇ, ਆਹ ਵੀ ਸੁਣੀਆਂ ਵੀ ਹੋਣੀਆਂ, ਤੁਸੀਂ ਸੁਣੀ ਵੀ ਹੋਣੀਆਂ, ਪਰ ਇਹ ਸੁਣਨੀ ਬੜੀ ਜ਼ਰੂਰੀ ਹੈ। ਸੁਖਬੀਰ ਬਾਦਲ, ਪ੍ਰਕਾਸ਼ ਬਾਦਲ, ਬੀਬਾ ਹਰਸਿਮਰਤ ਬਾਦਲ, ਤਿੰਨਾਂ ਦੇ ਬਿਆਨ ਨੇ ਇਸ ਕਾਨੂੰਨ ਦੇ ਹੱਕ 'ਚ। ਲੈ ਕੇ ਨੇੜੇ ਕਰ ਲਵਾਂਗੇ। ਮਰਜ਼ੀ ਹਿੰਦੁਸਤਾਨ ਫਸਲ ਵੇਚ ਸਕਣ ਤੇ ਆਪਣਾ ਭਾਅ ਚੰਗੇ ਮਿਲ ਸਕਣ, ਤੇ ਆ ਜਿਹੜਾ ਐਕਟ ਬਣਾਇਆ, ਆ ਐਕਟ ਇਕੱਲਾ ਜਿਹਦਾ ਨਾਂ ਵੀ ਐਕਟ ਦਾ ਤੁਸੀਂ ਦੇਖੋਗੇ, ਐਕਟ ਦਾ ਨਾਂ ਹੈ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਫੈਸਿਲਿਟੇਸ਼ਨ ਐਕਟ ਹੈ। ਫਾਰਮਰ ਦੀ ਜਿਹੜੀ ਜਿੰਸ ਹੈ ਉਹਨੂੰ ਵੇਚਣ ਦੀ ਜਿਹੜੀ ਉਹ ਸੌਖਾ ਕਰਨ, ਵੇਚਣ ਸੌਖਾ ਕਰਨ ਦਾ ਐਕਟ ਬਣਾਇਆ ਗਿਆ। ਤੇ ਮੈਂ ਵੀ ਆਪਣੇ ਤਰਫੋਂ ਪਾਰਟੀ ਦਾ ਸਟੈਂਡ ਤੁਹਾਨੂੰ ਕਲੀਅਰ ਕੀਤਾ ਕਿ ਆ ਜਿਹੜਾ ਐਕਟ ਹੈ, ਆ ਕੋਈ MSP ਰੋਕਣ ਵਾਸਤੇ ਜਾਂ ਕੋਈ MSP ਦੀ ਖਰੀਦ ਰੋਕਣ ਵਾਸਤੇ ਜਾਂ ਆਪਣੇ MSP ਦੇ ਭਾਅ ਨੂੰ ਬੰਦ ਕਰਨ ਵਾਸਤੇ ਨਹੀਂ। ਵੱਡੇ ਬਾਦਲ ਸਾਹਿਬ ਆ ਗਏ। ਕਿ MSP ਜਿਹੜੀ ਕੋਈ ਗੱਲ ਹੋਈ, ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਣਾ, ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਗੁੰਮਰਾਹ ਪ੍ਰੋਪੇਗੈਂਡਾ ਜਿਹੜਾ ਹੈ, ਇਹ ਦੂਜੀਆਂ ਪਾਰਟੀਆਂ ਕਰਦੀਆਂ ਹੈ, ਇਹ ਇੱਕ ਪ੍ਰੋਪੇਗੈਂਡਾ ਹੈ, ਇਹਦੀ ਕੋਈ ਸ਼ਨਾਖਤ ਨਹੀਂ। ਇਹਨਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਜਾਰੀ ਕੀਤੇ ਹੋਏ ਜਿਹੜੇ 3 ਆਰਡੀਨੈਂਸ ਨੇ, ਉਹਦੇ ਬਾਰੇ ਸਾਡੇ ਵਿਰੋਧੀ ਪਾਰਟੀਆਂ ਨੇ ਪੰਜਾਬ ਵਿੱਚ ਕੋਈ ਕਸਰ ਨਹੀਂ ਛੱਡੀ ਲੋਕਾਂ ਨੂੰ ਭਰਮ ਦੇ ਵਿੱਚ ਪਾਉਣ ਵਾਸਤੇ। ਤੁਸੀਂ ਦੇਖਿਆ ਕਿ ਸਾਰੇ ਦੇਸ਼ ਵਿੱਚ ਕਿਤੇ ਵੀ ਕਿਸੇ ਕਿਸਾਨ ਯੂਨੀਅਨ ਨੂੰ, ਭਾਵੇਂ ਸਾਡਾ ਗੁਆਂਢ ਦਾ ਸੂਬਾ ਹੈਗਾ ਨਹੀਂ, ਦੇਖ ਲਓ ਜਿਨ੍ਹਾਂ ਦੇ ਹਾਲਾਤ ਪੰਜਾਬ ਵਰਗੇ ਨੇ, ਕਿਤੇ ਵੀ ਕੋਈ ਰੌਲਾ ਰੱਪਾ ਨਹੀਂ ਪਿਆ ਹੈ। ਲੇਕਿਨ ਕਰ ਲਾ ਬੱਚੇ, ਇਹਦਾ ਸਾਰਿਆਂ ਨੂੰ ਦੇਖ ਹੀ ਲਈ। ਆ ਤੁਸੀਂ ਤਿੰਨਾਂ ਡਰਾਮਾ, ਤਿੰਨੇ ਜਿਹੜੀ ਆ ਕਿ ਡਰਾਮਾ ਪਾਰਟੀ ਆ, ਡਰਾਮਾ ਪਰਿਵਾਰ ਆ, ਬਾਦਲ ਪਰਿਵਾਰ ਆ, ਸੁਣ ਲਿਆ। ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਕੀ ਤੁਹਾਡੇ ਕੋਲੇ ਸਾਡੇ ਜਿਹੜੇ ਚਾਹੇ ਉੱਥੇ ਮੋਰਚੇ 'ਤੇ ਬੈਠੇ ਨੇ ਕਿਸਾਨ ਮਜ਼ਦੂਰ, ਚਾਹੇ ਸਾਡੇ ਪਿੰਡਾਂ 'ਚ ਬੈਠੇ ਨੇ, ਜੋ ਤੁਹਾਨੂੰ ਘੇਰ ਕੇ ਸਵਾਲ ਪੁੱਛਦਾ, ਸਵਾਲ ਸਾਡੇ ਆਹ ਹੈਗਾ ਜਵਾਬ ਲਾਮਤੀ ਤੁਹਾਡੇ ਕੋਲ ਕੋਈ? ਇਹ ਤੁਹਾਡੀ 8-9 ਮਹੀਨੇ ਪਹਿਲਾਂ ਦੀਆਂ ਵੀਡੀਓ ਨੇ, ਤੁਹਾਡੇ ਬਿਆਨ ਨੇ ਤਿੰਨਾਂ ਦੇ, ਜਿਹੜੇ ਕਹਿੰਦੇ ਸੀਗੇ ਇਹ ਤਾਂ ਪ੍ਰੋਪੇਗੈਂਡਾ ਹੈ, ਇਹ ਤਾਂ ਗੁੰਮਰਾਹ ਕਰ ਰਹੇ ਨੇ, ਜਥੇਬੰਦੀਆਂ ਵਾਲੇ ਗੁੰਮਰਾਹ ਕਰ ਰਹੇ ਆ, ਇਹ ਤਾਂ ਸਾਡੀਆਂ ਵਿਰੋਧੀ ਪਾਰਟੀਆਂ ਗੁੰਮਰਾਹ ਕਰ ਰਹੀਆਂ, ਇਹ ਤਾਂ ਬਹੁਤ ਵਧੀਆ ਕੀਤਾ ਮੋਦੀ ਸਾਹਿਬ ਨੇ। ਆ ਸੁਣ ਲਿਆ, ਇਹ ਸਵਾਲ ਨੇ। ਜੇ ਹਿੰਮਤ ਹੈਗੀ ਤਾਂ ਲੋਕਾਂ ਨੂੰ ਨਾ ਲੜਾਓ, ਲੋਕਾਂ ਦਾ ਭਾਈਚਾਰਾ ਨਾ ਤੋੜੋ। ਤੁਸੀਂ ਹੁਣ ਚਾਲ ਖੇਡ ਰਹੇ ਹੋ ਕਿ ਲੋਕਾਂ ਨੂੰ ਤੋੜ ਦਿਓ, ਆਪ ਲੋਕਾਂ ਨੂੰ ਲੜਾ ਦਿਓ, ਲੋਕਾਂ ਨੂੰ ਲੜਾ ਤੁਸੀਂ ਮਰਵਾਈ ਜਾਂਦੇ ਆ, ਅੰਦੋਲਨ ਨੂੰ ਤੁਸੀਂ ਬਦਨਾਮ ਕਰਦੇ ਲੱਗੇ ਹੋਏ ਆ, ਕਦੇ ਕੋਈ ਹੱਥਕੰਡਾ ਬਣਾਉਂਦੇ ਆ, ਕਦੇ ਕੋਈ ਹੱਥਕੰਡਾ ਬਣਾਉਂਦੇ ਆ। ਸੋ ਇਹ ਚਾਲਾਂ ਤੁਹਾਡੀਆਂ ਨਹੀਂ ਚੱਲਣਗੀਆਂ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਤੋਂ ਚੰਗਾ ਕਦੇ ਸਰਿਆ ਹੀ ਨਹੀਂ ਪੰਜਾਬ ਦੇ। ਕਿਉਂ ਇੰਨੇ ਇਹਨਾਂ ਦੇ ਝੋਲੀ ਚੁੱਕ ਬਣੇ ਹੋ, ਕਿਉਂ ਇਹਨਾਂ ਦੇ ਇੰਨੇ ਕੌਲੀ ਚੱਟ ਬਣ ਗਏ, ਕਿਉਂ ਇਹਨਾਂ ਦੇ ਚਾਪੂ ਬਣ ਕੇ ਮਗਰ ਲੱਗੇ ਫਿਰਦੇ ਹੋ? ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਨ ਵਾਲੇ ਹੁੰਦੇ ਆ, ਕਰਨਗੇ ਵੀ। ਆ ਵਿੱਚ ਪਤਾ ਕੀ ਬੋਲ ਰਹੇ ਆ ਅੱਜ ਪ੍ਰੈਸ ਕਾਨਫਰੰਸ 'ਚ, ਅਸੀਂ ਜੀ ਸਮਝੌਤਾ ਆਪਣਾ ਗੱਠਜੋੜ ਤੋੜਤਾ ਜੀ, ਅਸੀਂ ਜੀ ਵਜ਼ੀਰੀ ਛੱਡਤੀ। ਤੁਸੀਂ ਗੱਠਜੋੜ ਉਦੋਂ ਤੋੜਿਆ ਜਦੋਂ ਲੋਕਾਂ ਨੇ ਛੱਤਰ ਖਿੱਚਿਆ, ਤੁਸੀਂ ਵਜ਼ੀਰੀ ਉਦੋਂ ਛੱਡੀ ਆ ਜਦੋਂ ਲੋਕਾਂ ਨੇ ਤੁਹਾਡੇ ਜੁੱਤੀਆਂ ਮਾਰਨੀਆਂ ਸ਼ੁਰੂ ਕੀਤੀਆਂ। ਤੁਹਾਨੂੰ ਪਤਾ ਲੱਗਿਆ ਹੁਣ ਪਿੰਡਾਂ 'ਚ ਨਹੀਂ ਵੜਨ ਦੇਣਗੇ, ਹੁਣ ਕਿਹੜਾ ਮੂੰਹ ਲੈ ਕੇ ਜਾਵਾਂਗੇ। ਇਹ ਵੀ ਤੁਹਾਨੂੰ ਪਤਾ ਲੱਗਿਆ ਵੀ ਕਈ ਦਿਨ ਬੀਬਾ ਹਰਸਿਮਰਤ ਨੇ ਰੋਟੀ ਵੀ ਨਹੀਂ ਖਾਧੀ, ਘਰੇ ਕਲੇਸ਼ ਰਿਹਾ ਤੁਹਾਡੇ।
ਕਿ ਮੈਥੋਂ ਵਜ਼ੀਰੀ ਕਿਉਂ ਛਡਾਤੀ। ਤੇ ਤੁਹਾਡਾ ਜਿਹੜਾ ਸਮਝੌਤਾ ਇਹ ਉੱਤੋਂ ਹੀ ਟੁੱਟਿਆ, ਜਿਹੜਾ ਗੱਠਜੋੜ ਹੈ ਅੰਦਰ ਸੱਤੇ ਤੁਹਾਡਾ ਸਮਝੌਤਾ ਅੱਜ ਵੀ ਹੈ ਬੀਜੇਪੀ ਦੇ ਨਾਲ। ਸੋ ਇਸ ਕਰਕੇ ਇਹਨਾਂ ਨੇ ਧਮਕੀ ਦਿੱਤੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹ ਜਿਹੜੇ ਨੌਜਵਾਨ ਆ ਜਿਨ੍ਹਾਂ ਨੇ ਸਵਾਲ ਜਵਾਬ ਕੀਤੇ ਆ, ਬੜੇ ਇਲਜ਼ਾਮ ਲਵਾਤੇ, ਕਈ ਬੀਬੀਆਂ ਤੋਂ ਇਲਜ਼ਾਮ ਲਵਾਤੇ, ਕਈ ਆਪਦੇ ਬੰਦੇ ਖੜੇ ਕਰ ਲਏ, ਸਾਡੀ ਜੀ ਦਾੜੀ ਪੱਟਦੀ ਜੀ, ਉੱਥੇ ਕਿਸੇ ਇਹ ਕਿਰਪਾਨਾਂ ਲੈ ਕੇ ਆ ਗਏ ਜੀ, ਡਾਂਗਾਂ ਲੈ ਕੇ ਆ ਗਏ। ਕੋਈ ਕਿਸੇ ਕੋਲ ਕਿਰਪਾਨ ਨਹੀਂ ਸੀ, ਕੋਈ ਡਾਂਗ ਨਹੀਂ ਸੀ। ਨੌਜਵਾਨਾਂ ਨੇ ਤੁਹਾਨੂੰ ਸਵਾਲ ਜਵਾਬ ਕੀਤੇ ਆ। ਹਾਂ, ਲਾਹਨਤ ਪਾਉਣੀ ਬਣਦੀ ਆ, ਹਰ ਬੰਦਾ ਤੁਹਾਨੂੰ ਲਾਹਨਤ ਪਾਊਗਾ ਜਿਹੜਾ ਸਹੀ ਪੰਜਾਬੀ ਬੰਦਾ, ਦਰਦ ਰੱਖਦਾ ਪੰਜਾਬ ਦਾ, ਕਿ ਤੁਸੀਂ ਇਹ ਜਿਹੜੇ ਉਹ ਬੰਦਿਆਂ ਨਾਲ ਕਿਉਂ ਜਾ ਰਹੇ ਹੋ ਜਿਹੜੇ ਸ਼ਰੇਆਮ ਇਹਨਾਂ ਕਾਨੂੰਨਾਂ ਦੇ ਹੱਕ ਸ਼ਰੇਆਮ ਉਸ ਕੈਬਨਿਟ ਦੇ ਵਿੱਚ ਸੀਗੀ ਬੀਬਾ ਹਰਸਿਮਰਤ, ਜਿਹੜੀ ਕੈਬਨਿਟ ਨੇ ਇਹ ਪਹਿਲਾਂ ਬਿੱਲ ਲੈ ਕੇ ਆਂਦੇ ਕਾਨੂੰਨ ਬਣਾਏ ਆ। ਹਾਂ, ਇਹ ਜਵਾਬ ਦੇਣੇ ਪੈਣੇ ਆ। ਤੁਸੀਂ ਲੋਕਾਂ ਨੂੰ ਲੜਾ ਕੇ ਗਮਰਾਹ ਕਰਕੇ ਹੁਣ ਇੱਕ ਲੋਕਾਂ ਦੀ ਸਿਮਰਤੀ, ਇੱਕ ਲੋਕਾਂ ਦੀ ਹਮਦਰਦੀ ਲੈਣ ਵਾਲੀ ਗੱਲ ਆ ਕਿ ਹਾਂ ਜੀ ਸਾਡੇ ਉੱਤੇ ਬੀਬੀਆਂ ਨੂੰ ਬੁਰਾ ਭਲਾ ਬੋਲਿਆ। ਉਹ ਉੱਥੇ ਵੀ 80 ਸਾਲ ਦੀਆਂ ਬੀਬੀਆਂ ਬੈਠੀਆਂ ਨੇ, ਮਾਈਆਂ ਬੈਠੀਆਂ ਨੇ, ਉਹ ਉਹਨਾਂ ਦੇ ਪੁੱਤ ਨੇ ਜਿਹਨਾਂ ਤੁਸੀਂ ਇਲਜ਼ਾਮ ਲਾਉਂਦੇ ਹੋ। ਉਹ ਸ਼ਰਾਬ ਪੀ ਕੇ ਆ ਗਈ, ਉਹ ਨਸ਼ਾ ਕਰਕੇ ਆ ਗਏ, ਸ਼ਰਾਬ ਦੀਆਂ ਬੋਤਲਾਂ ਤੇ ਭੁੱਕੀ ਦੇ ਲਿਫਾਫੇ ਤੁਹਾਡੇ ਨਾਲ ਗੱਡੀਆਂ 'ਚ ਨਿਕਲੀ ਆ ਤੁਹਾਡੇ ਜਥੇਦਾਰਾਂ ਦੇ। ਤੁਸੀਂ ਉਲਟੇ ਇਲਜ਼ਾਮ ਲਾਉਂਦੇ ਹੋ ਸਾਡੇ ਉੱਤੇ ਬੈਠੇ ਨੌਜਵਾਨਾਂ ਤੇ। ਤੇ ਅੱਜ ਇਹਨੇ ਧਮਕੀ ਇੱਕ ਹੋਰ ਦਿੱਤੀ ਹੈ ਕਿ ਅਸੀਂ ਕਾਰਵਾਈ ਕਰਾਂਗੇ, ਅਸੀਂ FIR ਸਾਡੇ ਦੇ ਖਿਲਾਫ ਜਿਹੜੀ FIR ਕਰਾਉਣੇ ਆ। ਅਸੀਂ ਵੀ ਸੀਗੇ ਉੱਥੇ, ਅਸੀਂ ਫਿਰ ਵੀ ਤੁਹਾਨੂੰ ਘੇਰ ਕੇ ਸਵਾਲ ਕਰਾਂਗੇ, ਕਰਾ ਦਿਓ ਜਿਹੜੀ FIR ਸਾਡੇ ਮੁਕੱਦਮਾ ਦਰਜ ਕਰਾ ਦਿਓ। ਤੇ ਇਹ ਗੱਲ ਪਤਾ ਕੀ ਕਰ ਰਹੇ ਆ। ਮੈਂ ਇੱਕ ਗੱਲ ਹੋਰ ਗੱਲ ਤੁਸੀਂ ਸੰਯੁਕਤ ਮੋਰਚਾ, ਹਾਂ, ਮੈਂ ਸੰਯੁਕਤ ਮੋਰਚੇ ਦੇ ਜਿਹੜਾ ਸਾਂਝਾ ਮੋਰਚਾ ਉਹਦੇ ਆਗੂਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਅੱਜ ਇਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਕੁਝ ਬੰਦਿਆਂ ਦੇ ਨਾਂ ਲਏ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ। ਤੇ ਇਹਨਾਂ ਨੇ ਇੱਕ ਇਹ ਗੱਲ ਕਹੀ ਹੈ ਕਿ ਸਾਨੂੰ ਉੱਥੇ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਕੁਝ ਬੰਦਿਆਂ ਦੇ ਨਾਂ ਦੇਤੇ ਆ ਤੇ ਕੁਝ ਸਾਡੇ ਕੋਲੇ ਆ ਜਾਣੇ ਆ, ਅਸੀਂ ਕਾਰਵਾਈ ਕਰਾਵਾਂਗੇ। ਪਹਿਲਾਂ ਸੰਯੁਕਤ ਮੋਰਚਾ ਕਰਾਵੇ, ਫਿਰ ਅਸੀਂ ਕਰਾਵਾਂਗੇ। ਮੈਂ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹਦਾ ਸਪਸ਼ਟੀਕਰਨ ਦੇਣਾ ਤੁਹਾਡਾ ਫਰਜ਼ ਬਣਦਾ ਹੈ। ਜਿਹੜੀ ਗੱਲ ਇਹਨੇ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਤੇ ਗੱਲ ਕਹੀ ਹੈ, ਇੱਕ ਤਰ੍ਹਾਂ ਦੀ ਉਂਗਲ ਉਠਾਈ ਆ ਵੀ ਹਾਂ ਸਾਨੂੰ ਉੱਥੇ ਕੁਝ ਬੰਦਿਆਂ ਦੇ ਨਾਂ ਆ ਜਿਹੜੇ ਉਹ ਕਿਸਾਨ ਆਗੂਆਂ ਨੇ ਦਿੱਤੇ ਆ ਜਾਂ ਸੰਯੁਕਤ ਮੋਰਚੇ ਨੇ ਦਿੱਤੇ ਆ। ਇਹ ਤੁਹਾਡਾ ਵੀ ਫਰਜ਼ ਬਣਦਾ ਕਿ ਸਪਸ਼ਟੀਕਰਨ ਗੱਲਾਂ ਦਾ ਦਿਓ ਕਿ ਤੁਸੀਂ ਇਹਨਾਂ ਨੂੰ ਕੁਝ ਕਿਹਾ ਕਿ ਆਪਦੇ ਕੋਲੋਂ ਹੀ ਕਹੀ ਜਾਂਦੇ ਨੇ। ਤੇ ਨਾਲੇ ਮੇਰੀ ਗੱਲ ਸੁਣੋ, ਇਹਨਾਂ ਦਾ ਮਕਸਦ ਹੈ ਵੀ ਆਪਾਂ ਇਕੱਲੇ ਬੰਦੇ ਨੂੰ ਨਿਖੇੜ ਲਓ, ਇਕੱਲੇ ਬੰਦੇ ਨੂੰ ਨਿਸ਼ਾਨਾ ਬਣਾਓ ਤੇ ਲੋਕਾਂ ਦਾ ਹੌਸਲਾ ਤੋੜ ਦਿਓ। ਹੁਣ ਜੇ ਇਸ ਤਰ੍ਹਾਂ ਗੱਲ ਹੋਣ ਲੱਗੀ, ਮੰਨ ਲਓ ਇਹ ਕੱਲ੍ਹ ਨੂੰ ਇਕੱਠੇ ਹੋ ਕੇ ਉੱਥੇ ਆਪਣੇ 10-20 ਬੰਦਿਆਂ ਦੇ 50 ਬੰਦਿਆਂ ਦੇ ਕੋਈ ਮੁਕੱਦਮਾ ਵੀ ਦਰਜ ਕਰਾ ਦਿੰਦੇ ਨੇ। ਝੂਠਾ ਕਰਾਉਣਾ ਇਹਨਾਂ ਨੂੰ ਕਿੰਨਾ ਔਖਾ ਹੈ। ਸੈਂਟਰ 'ਚ BJP ਨਾਲ ਇਹਨਾਂ ਦੀ ਸਾਂਠ-ਗਾਂਠ ਹੈਗੀ ਹੈ, ਜਦੋਂ ਮਰਜ਼ੀ ਕਹਿ ਕੇ ਉੱਥੇ ਕਰਾ ਦੇਣ ਦਿੱਲੀ ਦੇ ਵਿੱਚ। ਇਹ ਕੋਈ ਬਾਹਲੀ ਔਖੀ ਗੱਲ ਨਹੀਂ, ਵੱਡੀ ਗੱਲ ਨਹੀਂ ਇਹਨਾਂ ਦੀ। ਹੁਣ ਆਪਾਂ ਤਾਂ ਪਿੰਡਾਂ ਦੇ ਵਿੱਚ ਮਿਹਨਤਾਂ ਕਰਦੇ ਫਿਰਦੇ ਵੀ ਨੌਜਵਾਨਾਂ ਨੂੰ ਉੱਥੇ ਜਾਓ ਭਾਈ। ਨੌਜਵਾਨ ਜਿਹੜੇ ਬੈਠੇ ਨੇ ਉਹਨਾਂ 'ਤੇ ਤੁਸੀਂ ਇਲਜ਼ਾਮ ਲਾਈ ਜਾਂਦੇ ਹੋ। ਇਹਦਾ ਮਤਲਬ ਵੀ ਉਹ ਨੌਜਵਾਨ ਤੋਂ ਅੰਦੋਲਨ ਨੂੰ ਛੱਡ ਕੇ ਆ ਜਾਣ। ਇੱਕ ਸਭ ਤੋਂ ਵੱਡੀ ਹੋਰ ਗੱਲ ਹੈ, ਹੁਣ ਤਖਤਸਰੀ ਕੇਸਗੜ੍ਹ ਤੇ ਜਿਹੜੀ ਬੇਅਬਦੀ ਹੋਈ ਹੈ, ਇੱਕ ਵੀ ਕੋਈ ਬਿਆਨ ਬਾਦਲਾਂ ਦਾ ਨਹੀਂ ਆਇਆ, ਇੱਕ ਵੀ ਕੋਈ ਬਾਦਲਾਂ ਆਇਆ ਹੋਵੇ ਕੋਈ ਬੇਅਬਦੀ ਬਾਰੇ ਕੋਈ ਗੱਲਬਾਤ ਕਰੀ ਹੋਵੇ। ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੁਹਾਡਾ ਲੱਗਦਾ ਹੈ, ਅਕਾਲ ਤਖਤ ਸਾਹਿਬ ਦਾ ਜਥੇਦਾਰ ਤੁਹਾਡਾ ਲੱਗਦਾ ਕਿ ਤੁਹਾਡਾ ਹੱਕ ਨਹੀਂ ਬਣਦਾ ਉੱਥੇ ਜਾ ਕੇ ਕੋਈ ਮੁੱਦਾ ਚੱਕਣ ਦਾ, ਉੱਥੇ ਜਾ ਕੇ ਖੜ੍ਹਨ ਦਾ, ਜਿਹਨੇ ਕਰੀ ਉਹਨੂੰ ਸਜ਼ਾ ਦਿਵਾਉਣ ਦਾ। ਬੇਸ਼ੱਕ ਉਹਨੂੰ ਫੜ ਲਿਆ, ਗ੍ਰਿਫਤਾਰ ਕਰ ਲਿਆ, ਉਹ ਜਿਵੇਂ ਅੱਜ ਮੀਡੀਆ ਦੇ ਵਿੱਚ ਬਿਆਨ ਆਇਆ ਹੁਣ ਕੱਲ੍ਹ ਪਰਸੋਂ ਛੱਡ ਦੇਣਗੇ। ਇੱਕ ਪਾਸੇ ਹੋਰ ਸੱਚ ਗੱਲ ਜਿਹੜੀ ਜ਼ਰੂਰੀ ਅਹਿਮ ਰਹਿ ਗਈ ਸੀ ਨਾ, ਤੁਸੀਂ ਇਲਜ਼ਾਮ ਲਾਉਂਦੇ ਆ ਨਾ ਇਹ ਉੱਥੇ ਕੁੰਡੀਆਂ ਮੋਗੇ ਜ਼ਿਲ੍ਹੇ ਦੀਆਂ ਵੇਸ਼ਰੀ ਪਿੰਡ ਹੈ, ਰੋਡੇ ਪਿੰਡ, ਕਈ ਪਿੰਡਾਂ ਦੀਆਂ ਗੱਡੀਆਂ ਉੱਥੇ ਗਈਆਂ, ਲੰਗਰ ਦੇ ਵਿੱਚ ਗਏ ਆ, ਬੰਦਿਆਂ ਦੀ ਦਾਰੂ ਪੀਤੀ, ਰਾਤ ਨੂੰ ਬੰਦਿਆਂ ਨਾਲ ਜਿੱਦੇ ਆ, 1:30 ਵਜੇ ਦਾ ਟਾਈਮ ਸੀ। ਉਹਨਾਂ ਨੇ ਇਹ ਵੀ ਕਿਹਾ ਉੱਥੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਕਿ ਬਾਦਲਾਂ ਨਾਲ ਸੀਗੇ, ਬਾਦਲਾਂ ਨਾਲ ਇਹ ਕਰ ਲਓ ਕੀ ਕਰਨਾ। ਉੱਥੇ ਫਿਰ ਜਿਹੜਾ ਮਲਕੀਤ ਸਰਪੰਚ ਹੈ ਜਿਹੜਾ ਕਵਿਤਾਵਾਂ ਗਾਉਂਦਾ ਉੱਥੇ ਮੋਰਚੇ 'ਚ ਆਪਾਂ ਦੇਖਿਆ ਬਹੁਤ ਵਾਰੀ ਸਟੇਜਾਂ ਦੇ ਉੱਤੇ ਗਾਉਂਦਾ ਹੋਊਗਾ ਗੀਤ, ਉਹ ਬੰਦਾ, ਉਹ ਸਰਪੰਚ ਉੱਥੋਂ ਗੱਡੀਆਂ ਬਣਾ ਕੇ ਲੈ ਕੇ ਗਿਆ। ਉਹਨੇ ਕਿਹਾ ਕਿ ਹਾਂ ਇਹ ਮੇਰੇ ਨਾਲ ਦੇ ਬੰਦੇ, ਕੋਈ ਗੱਲ ਨਹੀਂ, ਇਹਨਾਂ ਨੂੰ ਜਾਣ ਦਿਓ। ਇਹ ਤੁਸੀਂ ਜਾ ਕੇ ਮਲਕੀਤ ਸਰਪੰਚ ਨੂੰ ਪੁੱਛ ਲਿਓ। ਤੇ ਜਿਹੜੇ ਤੁਸੀਂ ਅੱਜ ਇਲਜ਼ਾਮ ਲਾਉਂਦੇ ਹੋ ਨਾ, ਛੋਟੇ ਬੰਦਿਆਂ ਨੇ ਪਹਿਲ ਕੀਤੀ ਹੈ, ਜਾ ਕੇ ਉੱਥੇ ਦਾਰੂ ਪੀ ਕੇ ਲੰਗਰਾਂ ਦੇ ਵਿੱਚ ਪਹੁੰਚੇ ਆ, ਤੇ ਇਲਜ਼ਾਮ ਤੁਸੀਂ ਲਾ ਰਹੇ ਹੋ ਉੱਥੇ ਬੈਠੇ ਮੋਰਚਿਆਂ ਤੇ ਨੌਜਵਾਨਾਂ ਦੇ ਉੱਤੇ। ਝੰਡੇ ਦਾ ਆਪਾਂ ਪਹਿਲਾਂ ਹੀ ਕਹਿਤਾ, ਝੰਡੇ ਦਾ ਕਿਸਾਨੀ ਨਾਲ ਹੋਰ ਕਿਸਾਨਾਂ ਦਾ ਸੰਬੰਧ ਤਾਂ ਹੈ ਹੀ ਨਹੀਂ ਗਾ ਮਸਲਾ। ਇਹ ਤਾਂ ਆਪਦਾ ਚਮਕਾਉਣਗੇ, ਚਮਕਾ ਕੇ ਮੁੜਿਆ ਇੱਕ ਦੋ ਡਰਾਮਾ ਕਰਕੇ। ਫਿਰ 10 ਦਿਨ ਬਹਿ ਤਾਂ ਜਾਂਦੇ, ਘੱਟੋ ਘੱਟ 10 ਦਿਨ ਹੀ ਬਹਿ ਜਾਂਦੇ। ਇੱਕ ਦਿਨ ਠੀਕ ਜਿਹੜਾ ਤੁਸੀਂ ਕਾਲੇ ਕਾਨੂੰਨ ਖਾਰਜ ਕਰਾਏ, ਕੈਪਟਨ ਕਹਿੰਦਾ ਮੈਂ ਉਹਦੀ ਧੌਣ ਘਟਾ ਦੂੰਗਾ,
ਕੈਪਟਨ ਨੇ ਜਿਹੜੀ ਗੱਲ ਕਹੀ ਆ ਉੱਥੇ ਕਹਿੰਦਾ ਮੈਂ ਧੌਣ ਘਟਾ ਦੂੰਗਾ ਵੀ ਮੈਂ ਤੇਰੇ ਜਿਹੜੇ ਕਾਲੇ ਕਾਨੂੰਨ ਉਹ ਖਾਰਜ ਕਰਾ ਕੇ ਹਟੂੰਗਾ। ਪਰ ਤਾਂ 2 ਘੰਟੇ ਜਾਏ ਝੂਠਿਆਂ ਦੇ ਉੱਤੇ ਜਿਹੜੇ ਵਿਖਾਵੇ ਕਰਿਆ ਸੀ ਸੁਖਬੀਰ ਨੇ ਸੁਖਬੀਰ ਤੇ ਆਪਣਾ ਮੁੜ ਤਾਂ ਤੁਸੀਂ 3 ਘੰਟੇ ਜਾਏ ਕਹਿੰਦੇ ਸੀ ਗ੍ਰਿਫਤਾਰੀ ਦਿੱਤੇ ਨੇ 15 ਜਣਾਂ ਨੇ। ਕਿਹੜਾ ਉੱਥੇ ਜੇਲ੍ਹ ਦੇ ਵਿੱਚ ਜਿਹੜੇ ਗ੍ਰਿਫਤਾਰ ਦਿੱਤੇ ਉਹਨਾਂ ਨੇ? ਕਿੱਥੇ ਸੁਖਬੀਰ ਅੰਦਰ ਅੜਿਆ ਬੈਠਾ ਜਾਂ ਵੀ ਬਾਹਰ ਸੰਬੰਧ ਬੈਠੀ ਹੈ। ਹਾਂ ਇੱਕ ਦਿਨ ਡਰਾਮਾ ਕਰਨਾ ਸੀ ਵੀ ਹਾਂ ਅਸੀਂ ਹੱਕ 'ਚ ਜਿਹੜੇ ਕਾਲੇ ਕਾਨੂੰਨਾਂ ਨੂੰ ਪਾਸ ਕਰਾਇਆ ਜਿਨ੍ਹਾਂ ਨੇ ਜਿਹੜੇ ਲੈ ਕੇ ਆਏ ਉਹ ਕਾਲਾ ਕਾਨੂੰਨ ਆਉਂਦੇ ਆ। ਦੇਖੋ ਇਹਨਾਂ ਦੇ ਕੰਮ ਪਰ ਲੋਕੋ ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ, ਤੁਹਾਨੂੰ ਹਲੇ ਵੀ ਸਮਝ ਨਹੀਂ ਪੈ ਰਹੀ। ਤੁਹਾਡੀਆਂ ਪੀੜ੍ਹੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤਮ ਕਰ ਦੇਣਗੇ, ਨਾਸ ਮਾਰ ਦੇਣਗੇ ਤੁਹਾਡੇ। ਇੱਕ ਚੀਜ਼ ਦਾ ਬਾਈ ਮੈਂ ਸਵਾਲ ਉੱਠਦਾ ਹੁੰਦਾ ਖਾਸ ਕਰਕੇ ਕਮੈਂਟਾਂ 'ਚ ਨੌਜਵਾਨ ਜੋ ਵੀ ਸਵਾਲ ਕਰ ਲੈਣਗੇ ਵੀ ਤੁਸੀਂ ਕਾਂਗਰਸ ਦੇ ਨਾਲ ਰਲੇ ਹੋਏ ਹੋ, ਤੁਸੀਂ ਆਮ ਆਦਮੀ ਪਾਰਟੀ ਨਾਲ ਰਲੇ ਹੋਏ ਹੋ, ਤਾਂ ਜਿਹੜਾ ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਹੋਇਆ ਖਾਸ ਕਰਕੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਫੇਕ ਆਈਡੀਆਂ ਨੇ। ਹੁਣ ਉਹਨਾਂ ਦੇ ਬਾਅਦ 'ਚ ਵੀ ਕਮੈਂਟ ਆਉਣਗੇ ਜਦੋਂ ਉਹਨਾਂ ਦੇ ਆਈਡੀਆ ਬਣ ਜਾਣ ਉਹਦੇ ਬਾਅਦ 'ਚ ਆਪਣੇ ਫੋਟੋਆਂ ਵੀ ਬਣਾਉਣਾ ਪਾਉਣਾ 3-4 ਬੰਦਿਆਂ ਨੇ ਆਏ ਵੀ ਆਹ ਜਿਹੜੇ ਕਾਂਗਰਸ ਦੇ ਦਿੱਤੇ ਹੋਏ ਨੇ ਆਮ ਆਦਮੀ ਪਾਰਟੀ ਦੇ ਵਿਗੇ ਉਹਨਾਂ ਬਾਰੇ ਬੜਾ ਸਵਾਲ ਜ਼ਰੂਰ ਕਰਦਾ। ਉਹਨੇ ਇਹਨਾਂ ਨੇ ਜਿਹੜਾ ਕਰਨਾ ਉਹ ਆਪਾਂ ਪਹਿਲਾਂ ਭਾਨੇ ਬਹੁਤ ਵਾਰੀ ਬੋਲਿਆ ਕਿ ਇਹਨਾਂ ਕੋਲੇ ਬੜਾ IT ਸੈੱਲ ਪੂਰਾ ਮਜ਼ਬੂਤ ਕਰੀ ਬੈਠੇ ਆ। ਸੋਸ਼ਲ ਮੀਡੀਆ 'ਤੇ ਪੂਰਾ ਜ਼ੋਰ ਲੱਗਿਆ ਕਿ ਇੱਕ ਬੰਦੇ ਕੋਲ 50 ਇਹਨਾਂ ਦੀਆਂ ਫੇਕ ਜਾਲੀ ਆਈਡੀਆਂ ਬਣਾਈਆਂ ਹੁਣ ਉਹਦੇ ਕੋਲ ਥੱਲੇ ਲਗਾਤਾਰ ਇਹ ਗਾਲਾਂ ਕੱਢਦੇ ਆ। ਕੋਈ ਪਰਵਾਹ ਨਹੀਂ ਸਾਨੂੰ, ਕੋਈ ਗਾਲਾਂ ਕੱਢੋ ਜੋ ਮਰਜ਼ੀ ਕਰੋ, ਪਰ ਜੋ ਸੱਚਾਈ ਹੈ ਜੇ ਹਿੰਮਤ ਹੈਗੀ ਹੈ ਜੇ ਨਹੀਂ ਜੁਰਤ ਰੱਖਦੇ ਆ ਤੁਹਾਡੇ ਬਾਦਲ ਤਾਂ ਸਾਹਮਣੇ ਆ ਕੇ ਸਾਡੀਆਂ ਗੱਲਾਂ ਦਾ ਜਵਾਬ ਦੇ ਦੇਣ। ਆ ਜਿਹੜੀਆਂ ਗੱਲਾਂ ਇਹ ਤਾਂ ਬਥੇਰੇ ਮਸਲੇ ਨੇ ਪੰਜਾਬ ਦੇ ਜੁੜੇ ਹੋਏ, ਬੇਅਦਬੀਆਂ ਦੇ ਮਸਲੇ ਨੇ, ਚੱਟੇ ਦੇ ਮਸਲੇ ਨੇ, ਬਾਈਬਲ ਗੋਲੀ ਕਾਂਡ ਦਾ ਮਸਲਾ ਹੈ, ਕਿੰਨੇ ਮਸਲੇ ਨੇ ਪੰਜਾਬ ਦੇ ਜਿਹਨਾਂ ਨਾਲ ਜੁੜੇ ਹੋਏ ਆ। ਬੜੇ ਸਵਾਲ ਨੇ ਪੰਜਾਬੀਆਂ ਦੇ, ਪੰਜਾਬ ਬੜੇ ਜਵਾਬ ਮੰਗਦਾ। ਦੇ ਦੇਣ ਜੇ ਆ ਕੇ ਥੋੜੀ ਹਿੰਮਤ ਆਈ ਨਹੀਂ ਤਾਂ ਜਿਹਦੇ ਜਵਾਬ ਆ। ਸੋ ਹੋਰ ਉਹਨਾਂ ਦੇ ਵਿੱਚ ਕੋਈ ਸਵਾਲ ਜਵਾਬ ਦਾ ਕੋਈ ਕਰਨ ਵਾਲਾ ਹੈਗਾ ਜਿਹੜੇ ਕੁੜੀਆਂ ਬੋਲੀ ਦੀ ਗੱਲ ਕਰੀਏ ਉਹ ਤਾਂ ਪਹਿਲਾਂ ਵੀ ਉਹ ਕਹਿੰਦੇ ਸੀਗੇ, ਉਹ ਤਾਂ ਪਹਿਲਾਂ ਵੀ ਇਹਨਾਂ ਦੇ ਬੰਦੇ ਕਹਿੰਦੇ ਸੀ ਕਿ ਜੀ ਸਾਡੇ ਬੰਦੇ ਬੈਠੇ ਆ ਉੱਥੇ ਅਸੀਂ ਸੱਦ ਲਾਂਗੇ। ਗੱਲ ਇੱਕ ਆ ਵੀ ਸਾਰੇ ਪਿੰਡਾਂ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਸਾਡੇ ਸਾਰੇ ਪਿੰਡਾਂ ਵਾਲੇ ਭਰਾ ਨੇਗੇ ਖਾਸ ਕਰਕੇ ਜਿਹੜੇ ਅਕਾਲੀ ਦਲ ਨਾਲ ਜੁੜੇ ਹੋਏ ਨੇਗੇ। ਸਾਡਾ ਕੋਈ ਮੰਤਵ ਨਹੀਂ ਹੈਗਾ ਵੀ ਅਸੀਂ ਕਿਸੇ ਨੂੰ ਨੀਵਾਂ ਕਰੀਏ, ਪਰ ਤੁਹਾਡੇ ਅੱਗੇ ਜਿਹੜੀਆਂ ਸਾਹਮਣੇ ਚੀਜ਼ਾਂ ਪਈਆਂ ਨੇ ਜੇ ਤੁਹਾਨੂੰ ਸਾਹਮਣੇ ਚੀਜ਼ਾਂ ਦੇਖ ਕੇ ਤੁਹਾਨੂੰ ਇਸ ਚੀਜ਼ ਦਾ ਪੰਜਾਬ ਨਾਲ ਦਰਦ ਨਹੀਂ ਜਾਗਦਾ ਤਾਂ ਤੁਹਾਡੇ ਲੱਖ ਲਾਉਣ। ਤੁਹਾਡੇ ਸਾਹਮਣੇ ਜਿਹੜੀਆਂ ਚੀਜ਼ਾਂ ਪਈਆਂ ਨੇ ਹਜੇ ਵੀ ਆਪਾਂ ਉਸ ਝੰਡਾਂ ਦੇ ਵਿੱਚ ਫਸੇ ਪਏ ਹਾਂ, ਹਜੇ ਵੀ ਆਪਾਂ ਉਸ ਪਾਰਟੀ ਬਾਜੀ ਨੂੰ ਫਸੇ ਪਏ ਹਾਂ ਵੀ ਕਿੱਥੇ ਤਾਂ ਆਪਾਂ ਅੰਦੋਲਨ ਨੂੰ ਮਜ਼ਬੂਤ ਕਰਨਾ, ਕਿੱਥੇ ਆਪਾਂ ਅੰਦੋਲਨ ਨੂੰ ਦਿਨੋਂ ਦਿਨ ਤੋੜੀ ਜਾਂਦੇ ਹਾਂ। ਇਸ ਕਰਕੇ ਹਰ ਇੱਕ ਬੰਦੇ ਦਾ ਮੰਤਵ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਲੜਾਈ ਹੋ ਰਹੀ ਹੈ ਕੁਰਸੀ ਕਰਕੇ ਲੜਾਈ ਹੋ ਰਹੀ ਹੈ। ਬੇਸ਼ੱਕ ਕੋਈ ਕਾਂਗਰਸ ਦੀ ਗੱਲ ਕਰ ਲਓ, ਜਿਹੜਾ ਹੁਣ 2-3 ਦਿਨਾਂ ਦਾ ਕਾਂਗਰਸ ਦੇ ਵਿੱਚ ਡਰਾਮਾ ਚੱਲਿਆ, ਬੇਸ਼ੱਕ ਆਮ ਆਦਮੀ ਪਾਰਟੀ ਦੀ ਗੱਲ ਕਰ ਲਓ, ਬੇਸ਼ੱਕ ਇਹ ਤਾਂ ਹੈ ਹੀ ਇਹਨਾਂ ਨੇ ਤਾਂ ਸਪਸ਼ਟ ਕਲੀਅਰ ਕਰਤਾ ਜਦੋਂ ਕਿ ਚੰਡੀਗੜ੍ਹ ਮੀਟਿੰਗ ਸੀਗੀ ਸ਼੍ਰੋਮਣੀ ਅਕਾਲੀ ਦਲ ਨੇ ਬੇਸ਼ੱਕ ਜਿਹੜਾ ਆਪਣਾ ਪ੍ਰਚਾਰ ਇਸ ਤਰ੍ਹਾਂ ਹੀ ਜਾਰੀ ਰੱਖਣਗੇ। ਮੈਨੂੰ ਇਹ ਗੱਲ ਦਾ ਸਭ ਤੋਂ ਵੱਡਾ ਮੈਂ ਸਵਾਲ ਪੰਜਾਬ ਵਾਸੀਆਂ ਨੂੰ ਪੁੱਛਣਾ ਚਾਹੁੰਦਾ ਵੀ ਕੀ ਕੋਈ ਸੁਖਬੀਰ ਬਾਦਲ ਨੂੰ ਨਹੀਂ ਜਾਣਦਾ, ਕੀ ਕੋਈ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਜਾਣਦਾ, ਕੀ ਕੋਈ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਜਾਣਦਾ, ਕੀ ਕੋਈ ਆਮ ਆਦਮੀ ਪਾਰਟੀ ਵਾਲਿਆਂ ਨੂੰ ਨਹੀਂ ਜਾਣਦਾ ਵੀ ਇਹ ਜਿਹੜਾ ਕਹਿ ਰਹੇ ਨੇ ਵੀ ਅਸੀਂ ਚੋਣ ਪ੍ਰਚਾਰ ਸਾਡਾ ਕਰਨਾ ਜ਼ਰੂਰੀ ਹੈ। ਚੋਣ ਪ੍ਰਚਾਰ ਜੇ ਤੁਹਾਨੂੰ ਲੋਕਾਂ ਨੇ ਵੋਟਾਂ ਪਾਉਣੇ, ਤੁਹਾਡੇ ਨਾਮ ਸਾਰੇ ਜਾਣਦੇ ਨੇ ਲੋਕ, ਤਾਂ ਕਰਕੇ ਤੁਹਾਨੂੰ ਵੋਟਾਂ ਲੋਕ ਪਾ ਦੇਣਗੇ ਜੇ ਤੁਹਾਡੇ ਲੋਕਾਂ ਨੇ ਚੰਗੇ ਕੰਮ ਕੀਤੇ ਹੋਣਗੇ। ਫਿਰ ਤੁਹਾਨੂੰ ਚੋਣ ਪ੍ਰਚਾਰ ਕਰਨ ਦੀ ਕੀ ਲੋੜ ਹੈ? ਤੁਹਾਨੂੰ ਇਹ ਜਿਹੜੀ ਆਫਤ ਪੈ ਗਈ ਜਿਹੜੀ ਲੋਕਾਂ ਨੂੰ ਜਾ ਕੇ ਪਿੰਡ ਜਿਹੜੀ ਤੁਸੀਂ ਸਮਝਾਉਣੀ ਹੈ ਗੱਲ। ਇਸ ਕਰਕੇ ਇਹ ਗੱਲ ਦਾ ਸਭ ਤੋਂ ਵੱਡਾ ਜਵਾਬ ਦਿਓ ਵੀ ਅੰਦੋਲਨ ਆਪਾਂ ਦੇਖੋ ਮੈਂ ਬਿਲਕੁਲ ਇਹ ਗੱਲ ਅਸੀਂ ਇਸ ਕਰਕੇ ਸੁਣਨਾ ਵਾਰ-ਵਾਰ ਇਹ ਮਗਜ ਖਪਾਈ ਕਰਦੇ ਹਾਂ, ਮੱਥਾ ਮਾਰਦੇ ਹਾਂ ਵੀ ਇਹ ਪੰਜਾਬ ਦੇ ਭਲੇ ਵਾਲੇ ਲੋਕ ਨਹੀਂ ਆ, ਚਾਹੇ ਉਹ ਕਾਂਗਰਸੀ ਨੇ, ਚਾਹੇ ਬਾਦਲ ਵਾਲੇ ਨੇ, ਚਾਹੇ ਉਹ ਝਾੜੂ ਪਾਰਟੀ ਵਾਲੇ ਨੇ। ਇਹ ਪੰਜਾਬ ਦਾ ਭਲਾ ਚਾਹੁਣ ਵਾਲੇ ਨਹੀਂ ਹੋ। ਕਿਉਂ ਇਹਨਾਂ ਨੇ ਮਗਰ ਦੀ ਮੈਂ ਫਿਰ ਕਹਿਣਾ ਕਿਉਂ ਇਹਨਾਂ ਦੀਆਂ ਤੁਸੀਂ ਤਲੀਆਂ ਥੱਲੇ ਹੱਥ ਦਿੰਦੇ ਹੋ, ਪੈਰਾਂ ਥੱਲੇ ਹੱਥ ਦਿੰਦੇ ਹੋ, ਕਿਉਂ ਤੁਸੀਂ ਇੰਨਾ ਉੱਥੇ ਅੰਦਰੋਂ ਮੈਂ ਕਹਿੰਦਾ ਕਦੇ ਤੁਹਾਡੀ ਅੰਦਰੋਂ ਤੁਹਾਡੀ ਜ਼ਮੀਰ ਦੀ ਤੁਹਾਨੂੰ ਆਵਾਜ਼ ਨਹੀਂ ਆਉਂਦੀ, ਤੁਹਾਡੀ ਆਤਮਾ ਤੁਹਾਨੂੰ ਕਦੇ ਲਾਹਣ ਤਾਂ ਨਹੀਂ ਪਾਉਂਦੀ ਵੀ ਕਿੰਨਾ ਲੋਕਾਂ ਨੂੰ ਕਰੇ ਕਰਦੇ ਆ ਯਾਰ। ਬਈ ਜਿਵੇਂ ਹੁਣ ਦਿੱਲੀ ਆਪਣਾ CM ਚੁਣਿਆ ਗਿਆ, ਸਭ ਤੋਂ ਵੱਧ ਜਿਹੜੀ ਸਭ ਤੋਂ ਮੇਨ ਗੱਲ ਹੋਈ ਹੈ ਵੀ ਹਾਈ ਕਮਾਂਡ ਜੋ ਹਾਈ ਕਮਾਂਡ ਦਾ ਫੈਸਲਾ ਹੋਊਗਾ, ਜੋ ਹਾਈ ਕਮਾਂਡ ਦਾ ਫੈਸਲਾ ਹੋਊਗਾ। ਬਈ 2-3 ਦਿਨਾਂ ਦਾ ਮੀਡੀਆ 'ਚ ਰੌਲਾ ਪਈ ਜਾਂਦਾ, ਇੱਕ ਵਾਰੀ ਵੀ ਇਹ ਗੱਲ ਨਹੀਂ ਕਹੀ CM ਤੋਂ ਬਣਨ ਤੋਂ ਬਾਅਦ ਅੱਜ ਮਾੜਾ ਜਿਹਾ ਉਹਦਾ ਬਿਆਨ ਆਇਆ ਚਰਨਜੀਤ ਚੰਨੀ ਦਾ ਵੀ ਬਾਅਦ ਸਭ ਤੋਂ ਲਾਸਟ ਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਿਆ ਗਿਆ। 2-3 ਦਿਨ ਹਾਈ ਕਮਾਂਡ ਦੇ ਧੰਨਵਾਦ ਕੀਤਾ ਗਿਆ ਵੀ ਕੀ ਜਿਹੜੇ ਪੰਜਾਬ ਦੇ ਲੋਕਾਂ ਜਿਹੜੇ ਦਿੱਲੀ ਦੇ ਜਾਂ MLA ਜਿਹੜੇ ਦਿੱਲੀ ਦੀਆਂ ਕਠਪੁਤਲੀਆਂ ਨੇ ਉਹਦਾ ਹੁਣ ਦਿੱਲੀ ਦਾ ਆਪਾਂ ਨੇ ਧੰਨਵਾਦ ਕਰਨਾ। ਉਹਨਾਂ ਨੇ ਪੰਜਾਬ ਦਾ ਉਦੋਂ ਵੜਨ ਗਿਆ ਜਦੋਂ ਵੋਟਾਂ ਲੈਣ ਗਏ, ਕਿੰਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੀ ਲੈਣਾ ਦੇਣਾ। ਤੇ ਜਿਹੜਾ ਪਿੰਨੀਆਂ ਪੁੰਨੀਆਂ ਕਹਿੰਦੇ ਵੀ ਅਸੀਂ ਭੇਜੀਆਂ 52 ਕੁਇੰਟਲ ਪਿੰਨੀਆਂ ਯਾਰ ਉਹ ਕਿਵੇਂ ਭੇਜੀਆਂ ਜੇ ਤੁਸੀਂ ਨਾ ਕਾਨੂੰਨ ਲੈ ਕੇ ਆਉਂਦੇ, ਨਾ ਮੋਦੀ ਨਾਲ ਰਲਦੇ ਤੇ ਨਾ ਤੁਸੀਂ ਪਿੰਨੀਆਂ ਲੈ ਜਾਣ ਦੀ ਲੋੜ ਸੀ, ਨਾ ਤੇਲ ਪਵਾਉਣ ਨਾ 600 ਬੰਦਿਆਂ ਨੂੰ ਜਾਣ ਦੀ ਲੋੜ ਸੀ। ਇਹ ਨਾ ਫਿਰ ਅੱਜ ਸਾਰਾ ਗੱਲ ਨਹੀਂ ਕਾਂਗਰਸੀਆਂ ਨੇ ਇਹਨਾਂ ਤੁਸੀਂ ਕਰਾਇਆ ਸਾਰਾ ਕੁਛ ਹਨਾ।
ਹੁਣ ਫਿਰ ਇਹ ਗਿਣਾਉਂਦੇ ਕਿਉਂ ਆ? ਸਾਰੇ ਬੰਦੇ ਇਕੱਲੇ ਤੁਸੀਂ ਥੋੜਾ 52 ਕੁਆਂਟਲ ਬਣਾਏ, ਸਾਰਾ ਪੰਜਾਬ ਹੀ ਉੱਥੇ ਦਾ ਟੋਆ ਕੱਢ ਦੇ ਕੇ ਨਾ ਜਿਹੜੇ ਬਾਹਰਲੇ ਕੰਟਰੀ ਜਿਹਨਾਂ ਨੇ 50-50 ਲੱਖ ਰੁਪਇਆ ਭੇਜਤਾ, ਜਿਹਨਾਂ ਨੇ ਕਰੋੜ ਦੇ ਬਦਾਮ ਭੇਜਤੇ, ਉਹਨਾਂ ਨੇ ਕਿਤੇ ਗੱਲ ਕੋਈ ਸੁਣਾਈ? ਜਿਹਨਾਂ ਨੇ ਕਰੋੜ ਦੇ ਬਦਾਮ ਭੇਜਤੇ, ਕਾਜੂ ਬਦਾਮ ਭੇਜਤੇ, ਕਰੋੜਾਂ ਰੁਪਇਆ ਲੰਗਰਾਂ ਦੇ ਵਿੱਚ ਭੇਜਤਾ, 10-20 ਕਰੋੜ ਰੁਪਇਆ ਖਾਲਸਾ ਏਡ ਦਾ, ਮੈਂ ਕਹਿੰਦਾ 50 ਕਰੋੜ ਰੁਪਇਆ ਲੱਗ ਗਿਆ ਹੋਊਗਾ। ਕਿਸੇ ਨੇ ਤਾਂ ਜਿਹੜੇ ਲੋਕਾਂ ਨੇ ਉਹਨਾਂ ਨੇ ਫੰਡ ਪਿੱਛੇ ਉਹਨਾਂ ਦਾ 1 ਰੁਪਇਆ ਵੀ ਕਿਸੇ ਨੇ ਸੁਣਾਇਆ, ਜਿਹੜੇ ਉੱਥੇ ਆਏ ਨੇ ਦੇ ਕੇ 20 ਕਿਲੋ ਪਿੰਡੀਆਂ ਉੱਥੇ ਜਿਹਨਾਂ ਨੇ ਲੰਗਰ ਲਾਏ ਨੇ। ਪਹਿਲਾਂ ਪੰਜਾਬ ਨਹੀਂ ਆਪਾਂ ਦੇਖਦੇ ਰਹੇ ਹਾਂ, ਹਰਿਆਣੇ ਵਾਲੇ ਕਿਵੇਂ ਲੱਸੀ ਦੁੱਧ ਖੋਆ ਤੇ ਕੀ ਕੁਝ ਨਹੀਂ ਹੁੰਦਾ ਰਿਹਾ। ਅਗਰ ਹੁਣ ਸੰਯੁਕਤ ਮੋਰਚੇ ਨੂੰ ਚਾਹੀਦਾ ਯਾਰ ਵੀ ਪੰਜਾਬ ਦਾ ਚੱਜ ਦਾ ਫੈਸਲਾ ਹਾਂ ਇਹ ਬੇਬੁੜਾ ਲੜੀ ਨਾ ਹੋਵੇ। ਦੇਖੋ ਸੰਯੁਕਤ ਮੋਰਚੇ ਵਾਲੋ ਫਿਰ ਤੁਸੀਂ ਸਾਡੀ ਗੱਲ ਨੂੰ ਮੰਨੋ ਇਹ ਕੌੜੀ 26 ਨੂੰ ਤੁਹਾਡਾ ਆਪਾਂ ਉਹ ਗੱਲ ਛੇੜਨੀ ਨਹੀਂ ਚਾਹੁੰਦੇ ਸੀਗੇ, ਅਸੀਂ ਹਰਾਉਣਾ ਨਹੀਂ ਚਾਹੁੰਦੇ। ਤੁਹਾਡਾ ਫਰਜ਼ ਉਦੋਂ ਵੀ ਬਣਦਾ ਜਦੋਂ ਜੋ ਹੋਊਗਾ ਉਹ ਕਰਦੇ ਆਪਾਂ ਮਿੱਟੀ ਪਾਉਂਦੇ ਆ, ਫਿਰ ਦੇਖਾਂਗੇ ਕਦੇ ਕਰ ਲਾਂਗੇ ਨਿਬੜ ਗਿਆ ਮੋਰਚਾ। ਪਰ ਹੁਣ ਜੇ ਇਹ ਇਸ ਤਰ੍ਹਾਂ ਦੀ ਕਰਤੂਤ ਕਰਦੇ ਨੇ ਬਾਦਲ ਵਾਲੇ, ਸਾਡੇ ਤੇ ਮੁੰਡਿਆਂ ਦੀਆਂ ਵੀਡੀਓ ਦੇ ਲਈ ਫਿਰਦੇ ਆ, ਉਹਨਾਂ ਨੂੰ ਨਿਸ਼ਾਨਦੇਹੀ ਕਰੀ ਫਿਰਦੇ ਆ। ਇਹ ਕਹਿੰਦੇ ਆ ਕਿ ਅਸੀਂ ਪਰਚਾ ਕਰਾਵਾਂਗੇ, ਅਸੀਂ ਮੁਕੱਦਮੇ ਦਰਜ ਕਰਾਵਾਂਗੇ। ਜੇ ਨਾ ਇਹਨਾਂ ਨੇ ਇਹ ਵੀ ਕਿਹਾ ਵੀ ਪਹਿਲ ਅਸੀਂ ਸੰਯੁਕਤ ਮੋਰਚਾ ਨੂੰ ਕਹਿੰਦੇ ਜੇ ਉਹ ਨਹੀਂ ਕਰਾਉਂਦੇ ਤਾਂ ਅਸੀਂ ਕਰਾਵਾਂਗੇ। ਮੈਂ ਫੇਰ ਕਹਿੰਦਾ ਵੀ ਜੇ ਇਹਨਾਂ ਨੇ ਕੋਈ ਇਹੋ ਜਿਹੀ ਕਾਰਵਾਈ ਪਾਈ ਸਾਡੇ ਉੱਥੇ ਨੌਜਵਾਨਾਂ ਤੇ, ਉਹ ਸਾਡੇ ਮੋਰਚੇ ਨਾਲ ਖੜਿਆ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ। ਮੋਹਾਲੀ ਵਾਲੇ ਮੁੰਡੇ ਅੱਜ ਤੱਕ ਨਹੀਂ ਆਏ। ਹਾਂ ਉੱਥੇ ਉਹੀ ਸਾਰੇ ਮੋਹਾਲੀ ਵਾਲੇ ਰਵਿੰਦਰ ਜਲਾਲ ਦੇਖ ਲਾ, ਦੁੱਧ ਦੀ ਦੋ ਉਹਨਾਂ ਦਾ ਨਾਂ ਲੱਤਾਂ ਨੇ। ਉਹ ਦੁੱਧ ਦੀ ਦੇਖ ਲਾ ਕਿੰਨੀ ਸੇਵਾ ਕਰਿਆ, ਜਿਵੇਂ ਡੱਟੀ ਬੱਟੀ ਉਹ ਟੀਮ ਰਵਿੰਦਰ ਜਲਾਲ ਦੀ ਸਾਰੀ ਟੀਮ ਹੁਣ ਉਹਦੇ ਤੇ ਕਿੰਤੂ ਪ੍ਰੰਤੂ ਕਰ ਰਹੇ ਨੇਗੇ। ਸੋ ਇਹਨਾਂ ਦਾ ਮਕਸਦ ਹੈ ਜਿਹੜੇ ਬੰਦੇ ਕੰਮ ਕਰ ਰਹੇ ਨੇ, ਜਿਹੜੇ ਬੰਦੇ ਉੱਤੇ ਡਟੇ ਨੇ, ਉਹਨਾਂ ਨੂੰ ਟਾਰਗੇਟ ਕਰੋ, ਨਿਸ਼ਾਨਾ ਬਣਾਓ, ਬਦਨਾਮ ਕਰੋ, ਅੰਦੋਲਨ ਤੋਂ ਪਾਸੇ ਕਰੋ, ਅੰਦੋਲਨ ਨੂੰ ਖਦੇੜੋ। ਅਸਲੇ ਬੀਜੇਪੀ ਦੀ ਰਣਨੀਤੀ ਤਹਿਤ ਚੱਲ ਰਹੇ ਨੇ। ਆ ਜਿਹੜਾ ਜਾਣਾ ਇਹਨਾਂ ਦਾ 16 ਨੂੰ ਉੱਥੇ ਗੁਰਦੁਆਰਾ ਸਾਹਿਬ ਤੋਂ ਤੁਰਨਾ, ਸਾਰਾ ਬੀਜੇਪੀ ਦੀ ਰਣਨੀਤੀ ਸੀ। ਉਹਨਾਂ ਨੂੰ ਗੱਲਬਾਤ ਕਰਕੇ ਫੇਰ ਤੁਰਦੇ ਨੇ ਕਿ ਮੋਰਚੇ ਨੂੰ ਢਾਹ ਕੇ ਲਾਉਣੀ ਹੈ। ਆ ਸਾਰਾ ਪਲਾਨ ਕੀਤਾ ਗਿਆ। ਦਿੱਲੀ ਨੂੰ ਕਿੰਨੇ ਰਾਹ ਪੈਂਦੇ ਆ ਬਈ, ਤੁਸੀਂ ਹੋਰ ਰਾਹ ਕਿਉਂ ਨਹੀਂ ਲੈਂਦੇ? ਤੁਸੀਂ ਕਿਉਂ ਜਾ ਕੇ ਸਿੱਧੂ ਮੋਰਚਾ ਪੰਜਾਬ ਨੂੰ ਸਟੇਟ ਲੰਗਰ 'ਚ ਕੀ ਕਰਨਗੇ? ਦਾਰੂ ਪੀ ਕੇ ਟਿੱਕਰੀ ਵਾਲੇ ਪਾਸੇ ਫਿਰ ਕੀ ਕਰਨ ਲੱਗੇ ਤੁਸੀਂ? ਕਿਉਂ ਉੱਥੇ ਜਾ ਕੇ ਪੰਗੇ ਲੈ ਜਾਣ? ਪੰਗੇ ਜਾਣ-ਬੁੱਝ ਕੇ ਲੈ ਵੀ ਇਹੋ ਜਿਹਾ ਮਾਹੌਲ ਬਣਾਓ ਤੇ ਅੰਦੋਲਨ ਨੂੰ ਬਦਨਾਮ ਕਰੋ, ਬਦਨਾਮ ਕਰਕੇ ਉਹਨਾਂ ਨੂੰ ਦੁਫਾੜ ਕਰੋ। ਅਸੀਂ ਮੋਰਚੇ ਵਾਲੇ ਆਗੂਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਹਾਡਾ ਫਰਜ਼ ਬਣਦਾ ਇਹਨਾਂ ਦਾ ਮੂੰਹ ਤੋੜ ਜਵਾਬ ਦਿਓ, ਡਟ ਕੇ ਆਪਣੇ ਨੌਜਵਾਨਾਂ ਨਾਲ ਖੜੋ, ਆਪਣੇ ਕਿਸਾਨਾਂ ਨਾਲ ਖੜੋ, ਆਪਣੇ ਮਜ਼ਦੂਰਾਂ ਨਾਲ। ਅਸੀਂ ਪੰਜਾਬ ਦੇ ਵਿੱਚ ਹਰ ਥਾਂ ਹਰ ਜਗ੍ਹਾ ਸੰਯੁਕਤ ਮੋਰਚਾ ਕਰਦੇ ਫਿਰਦੇ ਹਾਂ। ਆਗੂ ਨੂੰ ਬੇਨਤੀ ਹੈ ਵੀ ਨੌਜਵਾਨਾਂ ਦਾ ਸਾਰਾ ਡਟ ਕੇ ਸਾਥ ਦਿਓ। ਹਰ ਇੱਕ ਨੌਜਵਾਨ ਨੂੰ ਇਹ ਗੱਲ ਕਹਿੰਦੇ ਆ, ਜਿਹੜੇ ਵੀ ਪਿੰਡਾਂ ਦੇ ਵਿੱਚ ਜਾਂਦੇ ਆ, ਜਿੰਨੇ ਵੀ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਆ, ਵੀ ਸਾਰੇ ਭਾਈ ਆਪਣੇ 5 ਤੋਂ 10 ਦਿਨ ਅੰਦੋਲਨ ਦੇ ਵਿੱਚ ਲਾ ਕੇ ਆਓ, 1 ਮਹੀਨੇ ਦੇ ਵਿੱਚੋਂ। ਹਰ ਇੱਕ ਨੂੰ ਇਹ ਅਪੀਲ ਕਰਦੇ ਫਿਰਦੇ ਆ ਜੇ ਨੌਜਵਾਨਾਂ ਦੀ ਇਹੋ ਜਿਹੀ ਕਾਰਵਾਈ ਹੋਊਗੀ ਤਾਂ ਨੌਜਵਾਨਾਂ ਨੇ ਕਿਸੇ ਨੇ ਸਾਡੇ ਕਹਿਣ ਤੋਂ ਜਾਂ ਤੁਹਾਡੇ ਕਹਿਣ ਤੇ ਕਿਸੇ ਦੇ ਵੀ ਕਹਿਣ ਤੋਂ ਨਹੀਂ ਜਾਣਾ। ਇੱਕ ਵੀ ਬੰਦੇ ਦੇ ਇਹਨਾਂ ਨੇ ਕਾਰਵਾਈ ਕਰਾ ਦਿੱਤੀ, ਇੱਕ ਵੀ ਨੌਜਵਾਨ ਤੇ, ਤਾਂ ਉੱਥੇ ਹਿਸਾਬ ਲਾ ਲਓ ਮੋਰਚੇ ਵਾਲੇ ਮੋਰਚੇ ਦੇ ਆਗੂ ਉੱਥੇ ਬਿਲਕੁਲ ਪਹਿਲੇ ਰਾਸਤਾ ਨੌਜਵਾਨਾਂ ਦੀ 26 ਤੋਂ ਬਾਅਦ ਆਈ ਆ ਤਾਂ ਹੋਰ ਮਸਾਂ ਦੁਬਾਰਾ ਨੌਜਵਾਨ ਜੁੜਨ ਲੱਗਿਆ। ਪਿੰਡਾਂ ਜਾਂਦੇ ਆ, ਪੰਜਾਬ ਤੁਰੇ ਫਿਰਦੇ ਆ ਨੌਜਵਾਨ, ਦੁਬਾਰਾ ਫਿਰ ਪੂਰਾ ਰੌਣ ਜਾ ਕੇ ਹਾਂ ਜਾਵਾਂਗੇ, ਦਿੱਲੀ ਜਾਵਾਂਗੇ। ਪਰ ਜੇ ਆ ਬਾਦਲ ਵਾਲੇ ਇਹ ਗੱਲਬਾਤ ਕਰਾ ਕੇ ਤਾਂ ਫਿਰ ਦੇਖ ਲਓ ਇਹਦਾ ਨੁਕਸਾਨ ਮੋਰਚੇ ਨੂੰ। ਇੱਕ ਹਰਿਆਣਾ ਦੇ ਪ੍ਰੋਗਰਾਮ ਬਾਰੇ ਦੱਸੋ, ਮੈਨੂੰ ਬੜਾ ਬਾਈ ਨੂੰ ਜੀ ਸਮਾਈਲਾਬਾਦ ਆ ਗਿਆ ਆਪਾਂ। ਇੱਕ ਹੋਰ ਮੈਂ ਗੱਲ ਇੱਥੇ ਜ਼ਰੂਰ ਕਰਨੀ ਕਿ ਜਦੋਂ ਕੱਲ ਉੱਥੇ ਜਿੰਨੇ ਸਾਰੇ ਮੁੰਡੇ ਬੈਠੇ ਨੇ ਸਾਡੇ ਸਾਰੇ ਸੰਪਰਕ 'ਚ ਨੇ, ਉਹ ਸਾਡੇ ਨੌਜਵਾਨ ਜਿਹੜੇ ਹੈਗੇ ਆ, ਉਹਨਾਂ ਨਾਲ ਮੇਰੀ ਗੱਲ ਹੋਈ। ਉਹ ਕਹਿੰਦੇ ਬਾਈ ਸਾਨੂੰ ਕਿਸਾਨ ਆਗੂਆਂ ਨੇ ਸੱਦਿਆ ਸੀਗਾ ਤੇ ਕਿਸਾਨ ਆਗੂਆਂ ਨੇ ਸਾਨੂੰ ਝਾੜਾਂ ਪਾ ਦਿੱਤੀਆਂ। ਇਹ ਗਲਤ ਗੱਲ ਹੈ ਯਾਰ। ਦੇਖੋ ਉਹ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ। ਹਾਂ ਉਹਨਾਂ ਦੀ ਗਲਤੀ ਆ। ਮੈਂ ਕਹਿੰਦਾ ਉਹਨਾਂ ਨੇ ਸੱਚੀ ਮੁੱਚੀ ਜੇ ਕੋਈ ਜਿਹੜੇ ਇਲਜ਼ਾਮ ਲਾਉਂਦੇ ਨੇ 20,000 ਕੱਢ ਲਿਆ, 4500 ਕੱਢ ਲਿਆ, ਸਾਡਾ ਬੀਬੀਆਂ ਲਈ ਬੇਇੱਜ਼ਤੀ ਕੀਤੀ ਹੈ, ਸਾਡੇ ਕਕਾਰਾਂ ਨਾਲ ਬੇਇੱਜ਼ਤੀ ਹੋਈ, ਸਾਡੇ ਨਾਲ ਪੱਗਾਂ ਲਾਈਆਂ, ਦਾੜੀਆਂ ਪੱਟੀਆਂ, ਜੇ ਕਰਕੇ ਸੱਚੀ ਮੁੱਚੀ ਇਹੋ ਜਿਹੀ ਗੱਲ ਹੋਊ ਅਸੀਂ ਲਿਆ ਕੇ ਮਾਫੀ ਮੰਗਾਵਾਂਗੇ, ਨਾਲ ਖੜਾਂਗੇ ਉੱਥੇ ਜਾ ਕੇ। ਹਾਂ ਬਿਨਾਂ ਗੱਲ ਤੋਂ ਇਲਜ਼ਾਮ ਲਾ ਰਹੇ ਨੇ ਕਿ ਉਲਟਾ ਯਾਰ ਤੁਸੀਂ ਆਪਣੇ ਬੰਦਿਆਂ ਨੂੰ ਉਹ ਕਰ ਰਹੇ ਹੋ। ਇਹ ਨਹੀਂ ਚਾਹੀਦਾ। ਤੁਹਾਡਾ ਫਰਜ਼ ਬਣਦਾ ਕਿ ਆਪਣੇ ਨੌਜਵਾਨਾਂ ਦੇ ਨਾਲ ਉਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਖੜੋ। ਸੰਯੁਕਤ ਮੋਰਚੇ ਦਾ ਯਾਰ ਚਾਹੀਦਾ ਸਟੈਂਡ ਲੈ ਲੇ, ਨਹੀਂ ਫਿਰ ਲੋਕਾਂ ਨੇ ਫਿਰ ਤੁਸੀਂ ਕਹੋਗੇ ਸਾਡੇ ਪਿੱਛੇ ਲੋਕ ਨਹੀਂ ਲੱਗਦੇ। ਹਾਂ ਇਹਨਾਂ ਨੇ ਇਹ ਇੱਕ ਚੇਤਾਵਨੀ ਦਿੱਤੀ ਹੈ 5-7 ਦਿਨਾਂ ਤੱਕ ਵੀ ਜੇ ਨਾ ਉਹ ਕਰਨਗੇ ਤਾਂ ਫਿਰ ਅਸੀਂ ਉਹਨਾਂ ਤੇ ਕਾਰਵਾਈ ਕਰਾਵਾਂਗੇ। ਸਾਡੇ ਕੋਲ ਉਹਨਾਂ ਦੀ ਲਿਸਟ ਆ ਗਈ ਹੈ, ਬੰਦੇ ਦੇ ਨਾਂ ਆ ਗਏ। ਤਾਂ ਹੁਣ ਇਹ